गुड मॉर्निंग स्टूडेंट्स। अज असी 10th चैप्टर करांगे रिस्पायरेशन इन ऑर्गेनिज्म मीनस जीवां विच साह किरिया। ठीक है, इस चैप्टर दे असीं अज कुछ टॉपिक पढ़ांगे। ठीक है, सब तो पहलां तो सानूं पता होना चाहिए कि रिस्पायरेशन की हुंदी है। ठीक है, द टेकिंग इन ऑफ ऑक्सीजन एंड गिविंग आउट ऑफ कार्बन डाइऑक्साइड इज कॉल्ड एक्सटर्नल रिस्पायरेशन। ठीक है, ਇਹਦਾ मतलब की है कि ऑक्सीजन ਨੂੰ ਜਦੋਂ ਅਸੀਂ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਂਦੇ ਹਾਂ ਤੇ ਜਿਹੜਾ ਹੁੰਦਾ ਵਾ ਕਾਰਬਨ ਡਾਈਆਕਸਾਈਡ ਉਹਨੂੰ ਆਪਣੇ ਸਰੀਰ ਤੋਂ ਬਾਹਰ ਕੱਢਣ ਦੀ ਜਿਹੜੀ ਵਿਧੀ ਹੁੰਦੀ ਹੈ ਨਾ ਉਹਨੂੰ ਅਸੀਂ ਸਾਹ ਕਿਰਿਆ ਕਹਿੰਦੇ ਆ। ਠੀਕ ਹੈ, ਜਿਹੜੀ ਸਾਹ ਕਿਰਿਆ ਹੁੰਦੀ ਹੈ ਨਾ ਉਹ ਦੋ ਭਾਗਾਂ ਵਿੱਚ ਵੰਡੀ ਹੁੰਦੀ ਆ, ਬਾਹਰੀ ਸਾਹ ਕਿਰਿਆ ਤੇ ਅੰਦਰਲੀ ਸਾਹ ਕਿਰਿਆ। ਮੀਨਸ ਐਕਸਟਰਨਲ ਰਿਸਪਾਇਰੇਸ਼ਨ ਐਂਡ ਇੰਟਰਨਲ ਰਿਸਪਾਇਰੇਸ਼ਨ। ਠੀਕ ਹੈ, ਅੱਗੇ ਕੀ ਆ ਸਭ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਆਕਸੀਜਨ ਨੂੰ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਣੇ ਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦੀ ਵਿਧੀ ਨੂੰ ਜਿਹੜੀ ਆ ਉਹ ਅਸੀਂ ਸਾਹ ਕਿਰਿਆ ਕਹਿੰਦੇ। ਇਹ ਐਕਸਟਰਨਲ ਰਿਸਪਾਇਰੇਸ਼ਨ ਹੈਗੀ, ਮਤਲਬ ਬਾਹਰੀ ਸਾਹ ਕਿਰਿਆ ਹੈਗੀ ਆ। ਠੀਕ ਹੈ, ਇੰਟਰਨਲ ਰਿਸਪਾਇਰੇਸ਼ਨ ਕੀ ਹੁੰਦੀ ਆ? ਇਨਸਾਈਡ ਦੀ ਸੈਲਸ ਆਕਸੀਜਨ ਕੰਬਾਈਨ ਵਿਦ ਗਲੂਕੋਜ਼ ਟੂ ਪ੍ਰੋਡਿਊਸ એનર્ਜੀ। ਕਾਰਬਨ ਡਾਈਆਕਸਾਈਡ ਐਂਡ ਵਾਟਰ ਆਲਸੋ ਪ੍ਰੋਡਿਊਸ ਇਨ ਦਿਸ ਪ੍ਰੋਸੈਸ ਵਿਚ ਇਜ਼ ਕਾਲਡ ਇੰਟਰਨਲ ਰਿਸਪਾਇਰੇਸ਼ਨ। ਠੀਕ ਹੈ, ਇਹਦੇ ਵਿੱਚ ਕੀ ਕਿਹਾ ਵਾ ਕਿ ਸਾਰੀ ਆਕਸੀਜਨ ਜਿਹੜੀ ਹੁੰਦੀ ਹੈ ਨਾ ਸਾਡੀ ਸੈੱਲਾਂ ਦੇ ਵਿੱਚ ਇਕੱਠੀ ਹੁੰਦੀ ਆ ਤੇ ਗਲੂਕੋਜ਼ ਨਾਲ ਜਿਹੜੀ ਕਿਰਿਆ ਕਰਕੇ ਊਰਜਾ ਪੈਦਾ ਕਰਦੀ ਹੈ। ਇਸ ਵਿਧੀ ਵਿੱਚ ਕਾਰਬਨ ਡਾਈਆਕਸਾਈਡ ਤੇ ਪਾਣੀ ਵੀ ਪੈਦਾ ਹੁੰਦੇ ਨੇ। ਇਸ ਨੂੰ ਅੰਦਰਲੀ ਸਾਹ ਕਿਰਿਆ ਕਹਿੰਦੇ ਨੇ। ਠੀਕ ਹੈ, ਇੰਟਰਨਲ ਜਿਹੜੀ ਰਿਸਪਾਇਰੇਸ਼ਨ ਹੈਗੀ ਨਾ ਉਹਦੀ ਅਸੀਂ ਥੋੜ੍ਹੀ ਜਿਹੀ ਡਾਇਗਰਾਮ ਬਣਾਈ, ਉਹਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਲੰਗਸ ਹੈਗਾ ਆ, ਲੰਗਸ। ਠੀਕ ਹੈ, ਲੰਗਸ ਦਾ ਅਸੀਂ ਇੱਕ ਪਾਰਟ ਲੈ ਲਿਆ ਵਾ। ਠੀਕ ਹੈ, ਉਹਦੇ ਵਿੱਚ ਆਕਸੀਜਨ ਸਾਨੂੰ ਪਤਾ ਹੁੰਦੀ ਆ ਕਿ ਨੱਕ ਰਾਹੀਂ ਜਿਹੜੀ ਅਸੀਂ ਏਅਰ ਲੈ ਕੇ ਆਉਂਦੇ ਹਾਂ ਉਸ ਲੰਗਸ ਵਿੱਚ ਜਾਂਦੀ ਆ। ਠੀਕ ਹੈ, ਲੰਗਸ ਵਿੱਚ ਏਅਰ ਹੈਗੀ ਆ, ਆਕਸੀਜਨ ਹੈਗੀ ਆ, ਉਹ ਵਾਲੀ ਜਿਹੜੀ ਆਕਸੀਜਨ ਆ ਉਹ ਬਲੱਡ ਕਪਿਲਰੀਜ਼ ਨੂੰ ਦੇਵੇਗਾ। ਉਹ ਲੰਗਸ ਜਿਹੜਾ ਵਾ ਨਾ ਉਹ ਬਲੱਡ ਕਪਿਲਰੀਜ਼ ਨੂੰ ਉਹ ਵਾਲੀ ਆਕਸੀਜਨ ਦੇਵੇਗਾ। ਠੀਕ ਹੈ, ਅਤੇ ਜਿਹੜੀ ਇੱਥੇ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਣ ਡਈ ਹੈ ਨਾ ਉਹ ਬਲੱਡ ਜਿਹੜਾ ਵਾ ਨਾ ਉਹ ਲੰਗਸ ਨੂੰ ਦੇ ਦੇਗਾ ਅਤੇ ਉੱਥੋਂ ਜਿਹੜੀ ਆ ਬਾਹਰ ਨਿਕਲ ਜਾਏਗੀ ਕਾਰਬਨ ਡਾਈਆਕਸਾਈਡ। ਠੀਕ ਹੈ, ਅੱਜ ਅਸੀਂ ਜਿਹੜਾ ਵਾ ਨਾ ਇਹਦਾ ਮੇਨ ਟੌਪਿਕ ਕਰਾਂਗੇ ਰਿਸਪਾਇਰੇਸ਼ਨ ਇਨ ਮੈਨ। ਇੱਕ ਬੰਦੇ ਦੇ ਵਿੱਚ ਕਿੱਦਾਂ ਜਿਹੜੀ ਆ ਮਤਲਬ ਸਾਹ ਕਿਰਿਆ ਹੁੰਦੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਸਾਨੂੰ ਪਤਾ ਹੀ ਕਿ ਕੋਈ ਵੀ ਮਨੁੱਖ ਆ ਜਿਹੜਾ ਉਹ ਆਪਣੇ ਨੱਕ ਰਾਹੀਂ ਜਿਹੜੀ ਆ ਹਵਾ ਅੰਦਰ ਲੈ ਕੇ ਜਾਂਦਾ ਹੈ। ਠੀਕ ਹੈ, ਬਾਅਦ ਵਿੱਚ ਜਿੰਨੇ ਸਾਰੇ ਹਵਾ ਵਿੱਚ ਡਸਟ ਪਾਰਟੀਕਲਸ ਵਗੈਰਾ ਹੁੰਦੇ ਨੇ ਨਾ ਉਹ ਜਿਹੜੇ ਸਾਡੇ ਨੱਕ ਵਿੱਚ ਛੋਟੇ ਛੋਟੇ ਹੇਅਰ ਪ੍ਰੈਜੈਂਟ ਹੁੰਦੇ ਆ ਨਾ ਉਹਨਾਂ ਦੇ ਰਾਹੀਂ ਟਰੈਪਡ ਕਰ ਲਏ ਜਾਂਦੇ ਨੇ। ਠੀਕ ਹੈ, ਅਤੇ ਉੱਥੋਂ ਜਿਹੜੀ ਕਲੀਨ ਏਅਰ ਹੁੰਦੀ ਹੈ ਨਾ ਸਾਫ਼ ਹਵਾ ਜਿਹੜੀ ਹੁੰਦੀ ਆ ਉਹ ਫੈਰਿੰਗਸ ਸਾਡੀ ਮਤਲਬ ਗ੍ਰਸਨੀ ਦੇ ਵਿੱਚ ਐਂਟਰ ਕਰਦੀ ਹੈ। ਠੀਕ ਹੈ, ਗ੍ਰਸਨੀ ਤੋਂ ਬਾਅਦ ਫਿਰ ਜਿਹੜੀ ਏਅਰ ਆ ਉਹ ਸਾਡੀ ਵਿੰਡ ਪਾਈਪ ਦੇ ਵਿੱਚ ਐਂਟਰ ਕਰਦੀ ਹੈ। ਠੀਕ ਹੈ, ਵਿੰਡ ਪਾਈਪ ਜਿਹੜੀ ਹੁੰਦੀ ਆ ਮਤਲਬ ਜਿਹੜੀ ਸਾਡੀ ਸਾਹ ਨਲੀ ਹੁੰਦੀ ਆ ਅੱਗੇ ਮਤਲਬ ਦੋ ਪਤਲੀਆਂ ਟਿਊਬਸ ਵਿੱਚ ਡਿਵਾਈਡ ਹੁੰਦੀ ਆ। ਠੀਕ ਹੈ, ਅਤੇ ਉਹਨਾਂ ਟਿਊਬਸ ਨੂੰ ਅਸੀਂ ਕੀ ਕਹਿੰਦੇ ਹਾਂ ਬ੍ਰੌਂਕਾਈਜ਼ ਕਹਿੰਦੇ ਹਨ ਉਹਨਾਂ ਟਿਊਬਸ ਨੂੰ। ਇਹ ਜਿਹੜੇ ਬ੍ਰੌਂਕਾਈਜ਼ ਕੀ ਹੁੰਦੇ ਨੇ ਇਹ ਤੁਹਾਨੂੰ ਮੈਂ ਸਟਰਕਚਰ ਰਾਹੀਂ ਦੱਸਾਂਗੀ। ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਬ੍ਰੌਂਕਾਈ ਹੁੰਦੀ ਆ ਉਹ ਅੱਗੇ ਹੋਰ ਟਿਊਬਸ ਵਿੱਚ ਜਿਹੜੀ ਆ ਡਿਵਾਈਡ ਹੋਈ ਹੁੰਦੀ ਆ ਅਤੇ ਉਹਨਾਂ ਨੂੰ ਬ੍ਰੌਂਕਾਇਲਸ ਕਹਿੰਦੇ ਆ। ਠੀਕ ਹੈ, ਬਾਅਦ ਵਿੱਚ ਜਿਹੜੀ ਬ੍ਰੌਂਕਾਈ ਤੋਂ ਏਅਰ ਜਿਹੜੀ ਹੁੰਦੀ ਆ ਨਾ ਉਹ ਐਲਵੋਲਾਈ ਵਿੱਚ ਐਂਟਰ ਹੋ ਜਾਂਦੀ ਆ। ਠੀਕ ਹੈ, ਇਹ ਜਿਹੜੇ ਸਾਡੇ ਲੰਗਸ ਹੁੰਦੇ ਆ ਨਾ ਉਹਨਾਂ ਵਿੱਚ ਇੱਕ ਨਹੀਂ ਬਹੁਤ ਜ਼ਿਆਦਾ ਜਿਹੜੇ ਐਲਵੋਲਾਈ ਹੁੰਦੇ ਨੇ। ਠੀਕ ਹੈ, ਬਾਅਦ ਵਿੱਚ ਇੱਥੋਂ ਏਅਰ ਜਿਹੜੀ ਹੁੰਦੀ ਹੈ ਨਾ ਇਹ ਵਾਲੀ ਸਾਡੀ ਬਲੱਡ ਵੈਸਲ ਦੇ ਵਿੱਚ ਐਂਟਰ ਹੋ ਜਾਂਦੀ ਹੈ। ਠੀਕ ਹੈ, ਹੁਣ ਅਸੀਂ ਸਟਰਕਚਰ ਵੇਖਦੇ ਹਾਂ ਮਨੁੱਖੀ ਸਾਹ ਪ੍ਰਣਾਲੀ ਦੀ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਏਅਰ ਐਂਟਰ ਹੋਈ ਸਾਡੇ ਨੱਕ ਰਾਹੀਂ। ਠੀਕ ਹੈ, ਬਾਅਦ ਵਿੱਚ ਕੀ ਆ ਕਿ ਬਾਅਦ ਵਿੱਚ ਜਿਹੜੇ ਸਾਡੇ ਨੱਕ ਵਿੱਚ ਜਿਹੜੇ ਹੇਅਰ ਪ੍ਰੈਜੈਂਟ ਹੁੰਦੇ ਨੇ ਨਾ ਉਹਨਾਂ ਰਾਹੀਂ ਉਹਦੇ ਵਿੱਚ ਜਿਹੜੀ ਹਵਾ ਦੇ ਡਸਟ ਪਾਰਟੀਕਲਸ ਹੁੰਦੇ ਨੇ ਉਹ ਟਰੈਪਡ ਹੋ ਜਾਂਦੇ ਨੇ ਅਤੇ ਬਾਅਦ ਵਿੱਚ ਸਾਡੀ ਜਿਹੜੀ ਕਲੀਨ ਏਅਰ ਹੈ ਨਾ ਉਹ ਸਾਡੀ ਫੈਰਿੰਗਸ ਵਿੱਚ ਚਲੀ ਜਾਂਦੀ। ਇੱਥੇ ਇੱਕ ਫੈਰਿੰਗਸ ਹੁੰਦੀ ਹੈ। ਠੀਕ ਹੈ, ਫੈਰਿੰਗਸ ਵਿੱਚ ਚਲੀ ਜਾਂਦੀ ਆ। ਫੈਰਿੰਗਸ ਕੀ ਆ ਕਿ ਸਾਡੀ ਜਿਹੜੀ ਸਾਹ ਨਲੀ ਅਤੇ ਸਾਹ ਪ੍ਰਣਾਲੀ ਅਤੇ ਜਿਹੜੀ ਸਾਡੀ ਪਾਚਨ ਪ੍ਰਣਾਲੀ ਨਾ ਉਹਦਾ ਇੱਕ ਸਾਂਝਾ ਅੰਗ ਹੈਗਾ ਵਾ। ਠੀਕ ਹੈ, ਇੱਥੇ ਫੈਰਿੰਗਸ ਵਿੱਚ ਚਲ ਗਈ। ਫੈਰਿੰਗਸ ਤੋਂ ਬਾਅਦ ਜਿਹੜੀ ਸਾਡੀ ਜਿਹੜੀ ਏਅਰ ਹੈਗੀ ਹੈ ਨਾ ਸਾਹ ਨਲੀ ਦੇ ਵਿੱਚ ਚਲ ਗਈ। ਠੀਕ ਹੈ, ਅੱਗੋਂ ਜਿਹੜੀ ਸਾਹ ਨਲੀ ਮੀਨਸ ਟਰੈਕੀਆ ਵਿੱਚ ਚਲ ਗਈ। ਜਿਹੜਾ ਟਰੈਕੀਆ ਹੁੰਦਾ ਨਾ ਅੱਗੇ ਦੋ ਪਾਰਟਸ ਵਿੱਚ ਡਿਵਾਈਡ ਹੋਇਆ ਹੁੰਦਾ ਇੱਦਾਂ। ਠੀਕ ਹੈ, ਉਹਨਾਂ ਪਾਰਟਸ ਨੂੰ ਅਸੀਂ ਕੀ ਕਹਿੰਦੇ ਹਾਂ ਬ੍ਰੌਂਕਾਈ ਆਹ ਜਿਹੜੀ ਹੈਗੀ ਨਾ ਜਿਹੜੇ ਦੋ ਪਾਰਟਸ ਵਿੱਚ ਡਿਵਾਈਡ ਹੋਇਆ ਹੋਏਗਾ ਉਹਨੂੰ ਅਸੀਂ ਬ੍ਰੌਂਕਾਈ ਕਹਿੰਦੇ। ਅਤੇ ਜਿਹੜਾ ਬ੍ਰੌਂਕਾਈ ਹੁੰਦਾ ਨਾ ਉਹ ਅੱਗੋਂ ਹੋਰ
ਆਪਣੀਆਂ ਜਿਹੜੀਆਂ ਵਾ ਬ੍ਰਾਂਚਸ ਵਿੱਚ ਡਿਵਾਈਡ ਹੋਇਆ ਹੁੰਦਾ ਉਹਨਾਂ ਨੂੰ ਹੀ ਬ੍ਰੋਂਕਾਇਲਸ ਕਹਿੰਦੇ ਆ। ਜਿਹੜੀਆਂ ਵਾ ਛੋਟੀਆਂ ਛੋਟੀਆਂ ਇਹਨਾਂ ਨੂੰ ਹੀ ਬ੍ਰੋਂਕਾਇਲਸ ਕਹਿ ਦਿੰਦੇ ਆ, ਠੀਕ ਹੈ। ਬਾਅਦ ਵਿੱਚੋਂ ਏਅਰ ਜਿਹੜੀ ਆ ਬ੍ਰੋਂਕਾਇਲਸ ਤੋਂ ਜਿਹੜੀ ਸਾਡੇ ਕੋਲ ਐਲਵੋਲਾਈ ਵਿੱਚ ਚਲੀ ਜਾਂਦੀ ਹੈ। ਐਲਵੋਲਾਈ ਕੀ ਹੁੰਦੇ ਆ, ਜਿਹੜੇ ਛੋਟੇ ਛੋਟੇ ਹੈਗੇ ਨਾ ਗੋਲ ਗੋਲ ਜਿਹੇ, ਜਿਹੜੇ ਸਾਨੂੰ ਇੰਨੇ ਦਿਖਾਈ ਨਹੀਂ ਦੇ ਰਹੇ ਪਰ ਬਣੇ ਆ ਥੱਲੇ ਏਅਰ ਸੈਕਸ, ਠੀਕ ਹੈ। ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਐਲਵੋਲਾਈ ਕਹਿੰਦੇ। ਇਹਦੇ ਵਿੱਚ ਬਾਅਦ ਵਿੱਚ ਏਅਰ ਚਲੀ ਜਾਂਦੀ ਹੈ ਬ੍ਰੋਂਕਾਇਲ ਤੋਂ, ਠੀਕ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹਦੇ ਦੁਆਲੇ ਕੀ ਹੁੰਦੀਆਂ ਵਾ, ਬਲੱਡ ਵੈਸਲਸ ਬਣੀਆਂ ਹੁੰਦੀਆਂ ਨੇ, ਅਤੇ ਸਾਰੀ ਜਿਹੜੀ ਏਅਰ ਹੈ ਨਾ ਸਾਡੀ ਬਲੱਡ ਵੈਸਲਸ 'ਤੇ ਚਲੀ ਜਾਂਦੀ ਆ। ਅਤੇ ਜਿਹੜੀ ਬਲੱਡ ਵੈਸਲਸ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਜਿਹੜੀ ਪ੍ਰੋਡਿਊਸ ਹੋ ਰਹੀ ਹੁੰਦੀ ਹੈ ਨਾ, ਉਹ ਜਿਹੜੀ ਆ ਐਲਵੋਲਾਈ ਰਾਹੀਂ ਜਿਹੜੀ ਆ ਨਾ ਲੰਗਸ ਨੂੰ ਦੇ ਦਿੱਤੀ ਜਾਂਦੀ, ਅਤੇ ਲੰਗਸ ਰਾਹੀਂ ਜਿਹੜੀ ਆ ਉਹ ਫਿਰ ਸਾਡੀ ਕਾਰਬਨ ਡਾਈਆਕਸਾਈਡ ਜਿਹੜੀ ਬਾਹਰ ਨਿਕਲ ਜਾਂਦੀ ਹੈ, ਠੀਕ ਹੈ। ਅਤੇ ਹੁਣ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਇੱਕ ਡਾਇਆਫਰਮ ਹੁੰਦਾ ਹੈ। ਆਹ ਜਿਹੜੀ ਚੀਜ਼ ਹੈ ਨਾ ਇਹਨੂੰ ਅਸੀਂ ਡਾਇਆਫਰਮ ਕਹਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ ਵਾ, ਜਦੋਂ ਅਸੀਂ ਸਾਹ ਲੈਂਦੇ ਹਾਂ ਅੰਦਰ ਨੂੰ ਸਾਹ ਖਿੱਚਦੇ ਹਾਂ ਅਤੇ ਸਾਡੀਆਂ ਜਿਹੜੀਆਂ ਪਸਲੀਆਂ ਹੁੰਦੀਆਂ ਨੇ ਨਾ ਉਹ ਉੱਪਰ ਵੱਲ ਨੂੰ ਅਤੇ ਬਾਹਰ ਵੱਲ ਨੂੰ ਗਤੀ ਕਰਦੀਆਂ ਨੇ, ਠੀਕ ਹੈ। ਤੁਸੀਂ ਸਾਹ ਲੈ ਕੇ ਵੇਖਿਓ, ਇਹ ਐਕਸਪੈਰੀਮੈਂਟ ਕਰਕੇ ਵੀ ਵੇਖਿਓ, ਉੱਪਰ ਵੱਲ ਨੂੰ ਅਤੇ ਬਾਹਰ ਵੱਲ ਨੂੰ ਹੋ ਜਾਂਦੀਆਂ ਨੇ, ਗਤੀ ਕਰਦੀਆਂ ਨੇ। ਅਤੇ ਜਿਹੜਾ ਡਾਇਫਰਮ ਹੈਗਾ ਵਾ ਨਾ ਉਹ ਹੇਠਾਂ ਵੱਲ ਨੂੰ ਗਤੀ ਕਰਦਾ ਹੈ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਮਤਲਬ ਛਾਤੀ ਹੁੰਦੀ ਨਾ ਉਹਦਾ ਵੋਲੀਅਮ ਵੱਧ ਜਾਂਦਾ ਹੈ। ਸਾਡੇ ਜਿਹੜੇ ਫੇਫੜੇ ਹੁੰਦੇ ਆ ਉਹਨਾਂ ਦਾ ਵੋਲੀਅਮ ਵੱਧ ਜਾਂਦਾ ਹੈ, ਅਤੇ ਇਹਦੇ ਨਾਲ ਜਿਹੜੀ ਹਵਾ ਸਾਡੀ ਫੇਫੜਿਆਂ ਵਿੱਚ ਭਰ ਜਾਂਦੀ ਆ। ਅਤੇ ਜਦੋਂ ਹੁਣ ਅਸੀਂ ਸਾਹ ਕੱਢਣਾ ਵਾ ਨਾ ਉਦੋਂ ਜਿਹੜੀਆਂ ਪਸਲੀਆਂ ਵਾ ਨਾ ਉਹ ਹੇਠਾਂ ਵੱਲ ਨੂੰ ਹੋ ਜਾਂਦੀਆਂ ਨੇ, ਹੇਠਾਂ ਅਤੇ ਅੰਦਰ ਵੱਲ ਨੂੰ ਆ ਜਾਂਦੀਆਂ ਨੇ, ਅਤੇ ਜਿਹੜਾ ਡਾਇਆਫਰਮ ਆ ਜਿਹੜਾ ਉੱਪਰ ਵੱਲ ਆਪਣੀ ਪਹਿਲੀ ਸਥਿਤੀ ਵਿੱਚ ਆ ਜਾਂਦਾ ਹੈ। ਅਤੇ ਇਹਦੇ ਨਾਲ ਕੀ ਹੈ ਕਿ ਸਾਡੇ ਜਿਹੜੇ ਫੇਫੜੇ ਹੁੰਦੇ ਨੇ ਉਹਨਾਂ ਦਾ ਜਿਹੜਾ ਆਇਤਨ ਜਿਹੜਾ ਹੁੰਦਾ ਵਾ ਨਾ, ਮਤਲਬ ਵੋਲੀਅਮ ਜਿਹੜੀ ਉਹਨਾਂ ਦੀ ਘੱਟ ਹੋ ਜਾਂਦੀ ਆ, ਏਰੀਆ ਮਤਲਬ ਘੱਟ ਹੋ ਜਾਂਦਾ ਵਾ, ਅਤੇ ਇਸ ਕਰਕੇ ਜਿਹੜੀ ਹਵਾ ਵਾ ਨਾ ਫੇਫੜਿਆਂ ਵਿੱਚੋਂ ਬਾਹਰ ਤੱਕ ਦਿੱਤੀ ਜਾਂਦੀ ਹੈ, ਠੀਕ ਹੈ। ਅਤੇ ਹੁਣ ਅਸੀਂ ਇੱਕ ਫਲੋ ਚਾਰਟ ਵੀ ਬਣਾਇਆ ਹੈਗਾ ਵਾ ਮਨੁੱਖੀ ਸਾਹ ਪ੍ਰਣਾਲੀ ਦਾ, ਠੀਕ ਹੈ। ਹਵਾ ਐਂਟਰ ਹੋਈ ਨੱਕ ਰਾਹੀਂ, ਕਿਹਦੇ ਵਿੱਚ ਗਈ, ਨੈਜ਼ਲ ਕੈਵਿਟੀ ਵਿੱਚ। ਇੱਥੇ ਜਿਹੜੀ ਆ ਕਿ ਜਿਹੜੀ ਸਾਡੀ ਏਅਰ ਹੈਗੀ ਆ ਮਤਲਬ ਕਿ ਉਹ ਸਾਫ਼ ਹੋਈ, ਮਤਲਬ ਕਿ ਉਹਦੇ ਵਿੱਚ ਜਿੰਨੀ ਵੀ ਡਸਟ ਪਾਰਟੀਕਲ ਵਗੈਰਾ ਹੈਗੇ ਸੀ ਉਹ ਨੱਕ ਵਿੱਚ ਜਿਹੜੇ ਸਾਡੇ ਹੇਅਰ ਪ੍ਰੈਜੈਂਟ ਹੁੰਦੇ ਆ ਨਾ ਛੋਟੇ ਛੋਟੇ, ਉਹਦੇ ਵਿੱਚ ਟਰੈਪਡ ਹੋ ਗਏ, ਅਤੇ ਜਿਹੜੀ ਕਲੀਨ ਏਅਰ ਸੀ ਨਾ ਉਹ ਫੈਰਿੰਗਸ ਕੋਲ ਪਹੁੰਚ ਗਈ। ਫੈਰਿੰਗਸ ਮਤਲਬ ਗ੍ਰਸਨੀ ਕੋਲ ਪਹੁੰਚ ਗਈ, ਠੀਕ ਹੈ। ਇਹ ਸਾਡਾ ਸਾਂਝਾ ਅੰਗ ਹੈਗਾ ਵਾ ਪਾਚਨ ਪ੍ਰਣਾਲੀ ਅਤੇ ਸਾਹ ਪ੍ਰਣਾਲੀ ਦਾ, ਠੀਕ ਹੈ। ਇੱਥੋਂ ਜਿਹੜੀ ਏਅਰ ਆ ਉਹ ਟਰੈਕੀਆ 'ਚ ਚਲੀ ਗਈ। ਟਰੈਕੀਆ ਜਿਹੜਾ ਵਾ ਅੱਗੇ 2 ਪਾਰਟਸ ਵਿੱਚ ਡਿਵਾਈਡ ਹੋਇਆ ਹੁੰਦਾ ਬ੍ਰੋਂਕਾਈਜ਼ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਬ੍ਰੋਂਕਾਈ ਕਹਿੰਦੇ ਆ। ਅਤੇ ਬ੍ਰੋਂਕਾਈ ਤੋਂ ਕੀ ਹੁੰਦਾ ਵਾ, ਏਅਰ ਜਿਹੜੀ ਆ ਬ੍ਰੋਂਕਾਈ ਅੱਗੇ ਬ੍ਰੋਂਕਾਇਲਸ ਦੇ ਵਿੱਚ ਡਿਵਾਈਡ ਹੁੰਦਾ ਵਾ, ਇਹਦੇ ਵਿੱਚੋਂ ਬ੍ਰੋਂਕਾਇਲਸ ਤੋਂ ਏਅਰ ਜਿਹੜੀ ਆ ਐਲਵੋਲਾਈ ਵਿੱਚ ਚਲੀ ਜਾਂਦੀ ਆ, ਠੀਕ ਹੈ। ਐਲਵੋਲਾਈਜ਼ ਤੋਂ ਬਲੱਡ ਵੈਸਲਸ ਦੇ ਵਿੱਚ ਏਅਰ ਚਲੀ ਜਾਂਦੀ ਹੈ, ਅਤੇ ਇੱਥੇ ਜਿਹੜੀ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਣ ਦੀ ਹੁੰਦੀ ਆ ਉਹ ਐਲਵੋਲਾਈ ਕੋਲ ਜਾਂਦੀ ਹੈ। ਐਲਵੋਲਾਈ ਜਿਹੜਾ ਵਾ ਉਹ ਮਤਲਬ ਕਿ ਸਾਡੇ ਲੰਗਸ ਨੂੰ ਦੇ ਦਿੰਦਾ ਵਾ ਕਾਰਬਨ ਡਾਈਆਕਸਾਈਡ, ਅਤੇ ਉੱਥੋਂ ਜਿਹੜੀ ਹੈ ਕਾਰਬਨ ਡਾਈਆਕਸਾਈਡ ਜਿਹੜੀ ਬਾਹਰ ਚਲੀ ਜਾਂਦੀ ਹੈ।